ਨੰਗੀ ਅੱਖ ਦਾ ਸੁਪਨਾ ਕਹਾਣੀ ਦੇ ਲੇਖਕ ਸਰਦਾਰ ਜਗਜੀਤ ਸਿੰਘ ਰੰਧਾਵਾ ਜੀ। ਹਰਫਾਂ ਦੇ ਕਾਫਲੇ ਚੈਨਲ ਵੇਖਣ ਵਾਲੇ ਸਾਰੇ ਹੀ ਪਿਆਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ 7ਵਾਂ ਭਾਗ ਲੈ ਕੇ ਫਿਰ ਹਾਜ਼ਰ ਹੋਇਆ ਹਾਂ। ਪਹਿਲੇ 6 ਭਾਗ ਬਹੁਤ ਹੀ ਪਿਆਰ ਨਾਲ ਤੁਸੀਂ ਸੁਣੇ ਨੇ ਤੇ ਉਮੀਦ ਕਰਦਾ ਹਾਂ ਕਿ ਇਸ ਭਾਗ ਨੂੰ ਵੀ ਤੁਸੀਂ ਪਿਆਰ ਦੇ ਕੇ ਨਿਵਾਜੋਗੇ। ਹੁਣ ਤੱਕ ਕਹਾਣੀ ਇਸ ਮੋੜ ਤੱਕ ਪਹੁੰਚ ਚੁੱਕੀ ਏ ਕਿ ਮੈਡਮ ਅਮਨ ਦੀ ਆਤਮਾ ਫਿਰ ਗੁਰਉਪਦੇਸ਼ ਨੂੰ ਵਧਾਈ ਦੇਣ ਲਈ ਆਈ ਏ, ਵਧਾਈ ਦਿੱਤੀ ਏ। ਤੇ ਉਸ ਤੋਂ ਅੱਗੇ ਕੀ ਹੋਇਆ ਲਓ ਸੁਣੋ ਜੀ। ਤੁਹਾਨੂੰ ਪਤਾ ਲੱਗ ਗਿਆ ਮੇਰੀ ਜੌਬ ਦਾ। ਉਹ ਫਿਰ ਮੁਸਕਰਾਉਂਦੇ ਹੋਏ ਬੋਲੀ, ਮੈਂ ਸਭ ਜਾਣਦੀ ਹਾਂ, ਤੁਹਾਡੀ ਤਾਂ ਲਾਈਫ ਹੀ ਖੁਸ਼ੀਆਂ ਨਾਲ ਭਰੀ ਹੋਈ ਏ। ਜੁਗੋ ਜੁਗ ਮਾਣੋ, ਹਾਲੇ ਤਾਂ ਸ਼ੁਰੂਆਤ ਏ। ਵੈਰੀ ਵੈਰੀ ਕੰਗ੍ਰੈਚੁਲੇਸ਼ਨਸ। ਆਤਮਾ ਬੋਲੀ, ਥੈਂਕ ਯੂ ਵੈਰੀ ਮੱਚ, ਥੈਂਕ ਯੂ ਸੋ ਮੱਚ। ਗੁਰਉਪਦੇਸ਼ ਬੋਲਿਆ। ਅਗਲਾ ਅੱਧਾ ਘੰਟਾ ਉਹ ਮੇਰੇ ਨਾਲ ਪਰਿਵਾਰ ਤੇ ਸਕੂਲ ਦੀਆਂ ਗੱਲਾਂ ਕਰਦੇ ਰਹੇ। ਫਿਰ ਉਹ ਉਦਾਸ ਹੁੰਦੇ ਬੋਲੇ, ਪਰ ਮੇਰਾ ਲੇਖਾ ਲੈਣ ਦੇਣ ਖਤਮ ਕਰਨ ਲਈ, ਸਾਫ਼ ਕਰ ਦੇਣ ਲਈ ਮੈਂ ਇਹ ਡਿਊਟੀ ਕਰ ਰਹੀ ਹਾਂ। ਮੈਂ ਸਮਝਿਆ ਨਹੀਂ ਮੈਡਮ ਜੀ। ਮੈਂ ਆਪਣੇ ਸ਼ਬਦ ਦੁਹਰਾਏ। ਮੈਂ ਦੱਸਦੀ ਹਾਂ ਗੁਰਉਪਦੇਸ਼, ਜਿਸ ਗੁਰਦੁਆਰਾ ਸਾਹਿਬ ਵਿੱਚ ਤੁਸੀਂ ਪ੍ਰਧਾਨ ਸੀ, ਮੈਂ ਵੀ ਗੁਰਦੁਆਰਾ ਸਾਹਿਬ ਸੇਵਾਦਾਰਨੀ ਦੀ ਡਿਊਟੀ ਨਿਭਾ ਰਹੀ ਸੀ। ਮੈਨੂੰ ਆਪਣੇ ਜਵਾਨ ਬੇਟੇ ਦੇ ਆਪਰੇਸ਼ਨ ਲਈ 50,000 ਰੁਪਇਆਂ ਦੀ ਲੋੜ ਸੀ ਅਤੇ ਉਦੋਂ ਤੁਸੀਂ ਮੇਰੀ ਲੋੜ ਪੂਰੀ ਕੀਤੀ ਸੀ। ਫਿਰ ਜਦ ਮੈਂ ਪੈਸੇ ਮੋੜਨੇ ਸਨ, ਆਪ ਦਾ ਕਤਲ ਹੋ ਗਿਆ। ਤੁਹਾਡੇ ਜਾਣ ਤੋਂ ਬਾਅਦ ਤੁਹਾਡਾ ਪਰਿਵਾਰ ਵੀ ਉਹ ਸ਼ਹਿਰ ਛੱਡ ਖਬਰੇ ਕਿੱਧਰ ਚਲਾ ਗਿਆ। ਮੈਂ ਉਸ ਜਨਮ ਤੇ ਆਪਣੇ ਪਿਛਲੇ ਜਨਮ ਵਿੱਚ ਆਪ ਦਾ ਇਹ ਕਰਜ਼ ਨਹੀਂ ਨਿਬੇੜ ਸਕੀ, ਇਸ ਲਈ ਹੁਣ ਇਹ ਆਪ ਨੂੰ ਦੇ ਰਹੀ ਹਾਂ। ਮੈਂ ਸਮਝ ਗਿਆ, ਲੇਖੇ ਬੋਲਣ ਬੋਲੀਏ, ਸਭ ਲੇਖੇ ਵਿੱਚ ਹੀ ਏ। ਪਰਮਾਤਮਾ ਦੀਆਂ ਇਹ ਖੇਡਾਂ ਵੀ ਨਿਰਾਲੀਆਂ ਨੇ। ਉਸ ਦੀ ਇਸ ਖੇਡ ਦੀਆਂ ਗੁੱਝੀਆਂ ਰਮਜ਼ਾਂ ਦੇ ਭੇਤ ਕੋਈ ਵਿਰਲਾ ਹੀ ਜਾਣਦਾ ਏ। ਫਿਰ ਉਹ ਥੋੜ੍ਹਾ ਗੰਭੀਰ ਹੋ ਕੇ ਬੋਲੇ, ਗੁਰਉਪਦੇਸ਼, ਜਿਸ ਦਿਨ ਮੇਰੀ ਡੈਥ ਹੋਈ ਸੀ ਉਸ ਦਿਨ ਕੀ ਵਾਰ ਸੀ? ਮੈਂ ਦਿਮਾਗ 'ਤੇ ਜ਼ੋਰ ਪਾ ਕੇ, ਸ਼ਾਇਦ ਸ਼ਨੀਵਾਰ ਤੇ ਤਰੀਕ 17 ਦਾ ਦਿਨ ਸੀ ਅਤੇ ਸਮਾਂ ਦੁਪਹਿਰ ਦੇ 3 ਵਜੇ ਸਨ। ਉਹ ਫਿਰ ਬੋਲੇ, ਅੱਜ ਕਿੰਨੀ ਤਰੀਕ ਏ? ਮੈਡਮ ਜੀ 9 ਤਰੀਕ ਏ। ਮੇਰੀ ਡੈਥ ਹੋਈ ਨੂੰ ਕਿੰਨਾ ਸਮਾਂ ਹੋ ਗਿਆ ਏ? ਮੈਂ ਕੈਲਕੂਲੇਟ ਕਰਕੇ ਬੋਲਿਆ, ਸ਼ਾਇਦ ਮੈਡਮ ਜੀ 2 ਮਹੀਨੇ 21 ਦਿਨ, ਮਤਲਬ 17 ਤਰੀਕ ਆਉਣ ਵਿੱਚ ਹਾਲੇ 8 ਦਿਨ ਪਏ ਨੇ। ਜੀ ਹਾਂ, ਮੈਂ ਹਾਂ ਵਿੱਚ ਸਿਰ ਹਿਲਾਇਆ। ਉਹ ਹੁਣ ਚੁੱਪ ਹੋ ਗਏ ਸਨ ਅਤੇ ਮੈਂ ਵੀ। ਫਿਰ 17 ਜਨਵਰੀ ਨੂੰ ਦੁਕਾਨ 'ਤੇ ਰਹਿਣਾ ਗੁਰਉਪਦੇਸ਼, ਮੈਂ ਆਵਾਂਗੀ ਅਤੇ ਉਸ ਨੇ ਉਚੇਚਾ ਜ਼ੋਰ ਦਿੱਤਾ ਸੀ। ਮੈਂ ਤਾਂ ਸਕੂਲ ਚਲਾ ਜਾਂਦਾ। ਸਕੂਲ ਜਾ ਕੇ ਦੁਕਾਨ ਖੋਲ੍ਹਣਾ ਔਖਾ ਹੋ ਗਿਆ। ਸੋਚਦਾ ਹਾਂ ਕਿਸੇ ਨੂੰ ਦੇ ਦੇਵਾਂ। ਮੇਰਾ ਹੁਣ ਮਨ ਨਹੀਂ ਕਰਦਾ ਇਸ ਕੰਮ ਲਈ, ਸਮਾਂ ਵੀ ਨਹੀਂ ਨਿਕਲਦਾ। ਮੈਂ ਕਾਹਲੀ ਬੋਲਿਆ, ਮੈਂ ਜ਼ਰੂਰ ਆਵਾਂਗਾ ਮੈਡਮ ਅਮਨ ਜੀ, ਜ਼ਰੂਰ ਆਵਾਂਗਾ। ਵੈਰੀ ਗੁੱਡ, ਵੰਸ ਅਗੇਨ ਵੈਰੀ ਵੈਰੀ ਕੰਗ੍ਰੈਚੁਲੇਸ਼ਨਸ, ਆਈ ਐਮ ਗੋਇੰਗ। ਅਤੇ ਉਹ ਚਲੀ ਗਈ। ਮੈਂ ਵੀ ਕੁਰਸੀ ਤੋਂ ਉੱਠ ਬੈੱਡ 'ਤੇ ਲੰਮਾ ਪੈ ਗਿਆ। ਫਿਰ ਕੁਝ ਦੇਰ ਸੋਚਦਾ ਰਿਹਾ ਅਤੇ ਫਿਰ ਖਬਰੇ ਕਦ ਮੈਨੂੰ ਨੀਂਦਰ ਆ ਗਈ, ਕੁਝ ਪਤਾ ਨਾ ਲੱਗਾ। ਅਗਲੇ ਦਿਨ ਜਦ ਮੈਂ ਸਕੂਲ ਅੱਧੀ ਛੁੱਟੀ ਸਮੇਂ ਸਟਾਫ ਰੂਮ ਵਿੱਚ ਬੈਠਾ ਲੰਚ ਕਰ ਰਿਹਾ ਸੀ ਤਾਂ ਉਸੇ ਸਮੇਂ ਮੈਡਮ ਸਿਮਰਨ ਦੀ ਕਾਲ ਆਈ। ਮੈਨੂੰ ਉਹਨਾਂ ਸਕੂਲ ਟਾਈਮ ਤੋਂ ਤੁਰੰਤ ਬਾਅਦ ਘਰ ਬੁਲਾਇਆ ਸੀ। ਜਦ ਮੈਂ ਸਕੂਲ ਟਾਈਮ ਤੋਂ ਬਾਅਦ ਉਹਨਾਂ ਦੇ ਘਰ ਦੋਰਾਹੇ ਪਹੁੰਚਿਆ ਤਾਂ ਉਹ ਖਾਣਾ ਖਾ ਰਹੇ ਸਨ। ਉਹ ਰਸੋਈ ਵਿੱਚੋਂ ਮੇਰੇ ਲਈ ਵੀ ਰੋਟੀ ਪਾ ਕੇ ਲੈ ਆਏ। ਮੇਰੇ ਮਨ੍ਹਾ ਕਰਨ ਦੇ ਬਾਵਜੂਦ ਮੈਨੂੰ ਉਹਨਾਂ 2 ਰੋਟੀਆਂ ਖਵਾ ਦਿੱਤੀਆਂ। ਐਕਚੁਅਲੀ ਦੀਦੀ, ਮੈਂ ਸਕੂਲ ਹੀ ਲੰਚ ਕਰ ਆਇਆ ਸੀ, ਮੇਰਾ ਚਾਹ ਪੀਣ ਨੂੰ ਜੀ ਕਰਦਾ ਏ, ਪਿਆਓਗੇ ਤੁਸੀਂ? ਮੈਂ ਆਪਣੇ ਮਨ ਦੀ ਗੱਲ ਦੱਸ ਦਿੱਤੀ। ਮੈਡਮ ਸਿਮਰਨ ਹੁਣ ਮਜ਼ਾਕੀਏ ਮੂਡ ਵਿੱਚ ਆ ਗਏ। ਚਾਹ ਵੀ ਪਿਆਵਾਂਗੇ ਅਤੇ ਕਲਾਸ ਵੀ ਲਾਵਾਂਗੇ ਵੀਰੇ। ਤੁਹਾਡੀ ਸਕੂਲੋਂ ਸ਼ਿਕਾਇਤ ਆਈ ਏ ਪੰਜਾਬੀ ਮਾਸਟਰ ਜੀ। ਕਲਾਸ ਮੇਰੀ? ਅੱਛਾ ਦੀਦੀ, ਲੱਗਦਾ ਚੋਰੀ ਫੜੀ ਗਈ। ਮੈਂ ਮਨ ਹੀ ਮਨ ਸੋਚਦਾ, ਖਬਰੇ ਕੀ ਗਲਤੀ ਹੋ ਗਈ।
ਕੱਚਾ ਕੱਚਾ ਜਿਹਾ ਮਹਿਸੂਸ ਵੀ ਕਰ ਰਿਹਾ ਸੀ। ਗਲਤੀ ਹੋ ਗਈ ਕੋਈ ਦੀਦੀ, ਪਤਾ ਨਹੀਂ ਕਿਸ ਨੇ ਸ਼ਿਕਾਇਤ ਕੀਤੀ ਏ। ਆਪ ਨੂੰ ਪਤਾ ਵੀ ਲੱਗ ਗਿਆ। ਮੈਂ ਉਲਝਣ ਵਿੱਚ ਸੀ ਤੇ ਮੈਡਮ ਸਿਮਰਨ ਮੇਰੇ ਕੰਨੀ ਦੇਖ ਨਿੰਮਾ ਨਿੰਮਾ ਮੁਸਕਰਾਈ ਜਾ ਰਹੇ ਸਨ। ਉਹ ਫਿਰ ਹਾਵੀ ਹੁੰਦੇ ਬੋਲੇ, ਨਵਾਂ ਸਕੂਲ, ਨਵੀਂ ਨੌਕਰੀ, ਨਵੇਂ ਨਵੇਂ ਖੂਬਸੂਰਤ ਚਿਹਰੇ, ਤੱਕੋਗੇ ਗਲਤੀ ਤਾਂ ਹੋਵੇਗੀ ਹੀ। ਮੇਰੀ ਹੈਰਾਨੀ ਤੌਖਲਿਆਂ 'ਚ ਬਦਲ ਰਹੀ ਸੀ। ਤੇ ਦੱਸੋ ਨਾ ਦੀਦੀ, ਕੀ ਗਲਤੀ ਹੋ ਗਈ? ਪਰ ਮੈਡਮ ਸਿਮਰਨ ਹਾਲੇ ਰਾਜ ਤੋਂ ਪਰਦਾ ਨਹੀਂ ਚੁੱਕਣਾ ਚਾਹੁੰਦੇ ਸਨ। ਅੱਛਾ ਜੀ, ਮੈਡਮ ਸਿਮਰਨ ਤੋਂ ਇੱਕਦਮ ਦੀਦੀ ਤੇ ਆ ਗਏ, ਮਤਲਬ ਗਲਤੀ ਹੋਈ ਏ। ਉਹ ਨਿੰਮਾ ਨਿੰਮਾ ਹੱਸ ਰਹੇ ਸਨ ਤੇ ਮੈਂ ਕਟਹਿਰੇ ਵਿੱਚ ਖੜੇ ਦੋਸ਼ੀ ਵਾਂਗ। ਫਿਰ ਉਹਨਾਂ ਦੱਸਣਾ ਸ਼ੁਰੂ ਕੀਤਾ, ਤੁਸੀਂ ਗੁਰਪਦੇਸ਼ ਕਾਫੀ ਦਿਨਾਂ ਤੋਂ ਸਕੂਲ ਵਿੱਚ ਸਾਇੰਸ ਮਿਸਟਰੈਸ ਮਿਸ ਗੁਰਲੀਨ ਨੂੰ ਨੋਟਿਸ ਕਰ ਰਹੇ ਸੀ। ਪਤਾ ਨਹੀਂ ਬਾਅਦ ਵਿੱਚ ਕੀ ਹੋਇਆ, ਅਗਲੀ ਨੇ ਪ੍ਰਿੰਸੀਪਲ ਨੂੰ ਸ਼ਿਕਾਇਤ ਕਰ ਦਿੱਤੀ ਤੇ ਫਿਰ ਉਹ ਰੁਕ ਗਏ। ਹੱਸ ਦੀ ਥਾਂ ਮੁਸਕਰਾਹਟ ਨੇ ਲੈ ਲਈ। ਮੈਡਮ ਸਿਮਰਨ ਦੀ ਜ਼ੁਬਾਨ 'ਤੇ ਮੈਡਮ ਗੁਰਲੀਨ ਦਾ ਨਾਂ ਸੱਚਮੁੱਚ ਮੈਨੂੰ ਲੱਗਿਆ ਜਿਵੇਂ ਸੱਚੀ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੋਵੇ। ਗੁਰਲੀਨ ਸਾਇੰਸ ਮਿਸਟਰੈਸ? ਮੈਂ ਨਹੀਂ ਜਾਣਦਾ ਦੀਦੀ। ਲੱਗਦੇ ਹੀ ਭੋਲੇ ਹੋ। ਵੈਸੇ ਤੁਸੀਂ ਭੋਲੇ ਹੋ ਨਹੀਂ, ਮੈਨੂੰ ਲੱਗਦਾ ਮੈਂ ਸੱਚ ਹੀ ਕਹਿ ਰਹੀ ਹਾਂ। ਤੁਸੀਂ ਬੈਠੋ, ਟੀਵੀ ਦੇਖੋ, ਮੈਂ ਚਾਹ ਬਣਾ ਕੇ ਲੈ ਆਵਾਂ, ਫਿਰ ਕਰਦੇ ਹਾਂ ਅਗਲੀ ਗੱਲ। ਇਹਨਾਂ ਕਹਿ ਕੇ ਹੱਸਦੇ ਹੋਏ ਮੈਡਮ ਸਿਮਰਨ ਰਸੋਈ ਵਿੱਚ ਚਲੇ ਗਏ। ਕਾਮਨ ਰੂਮ ਵਿੱਚ ਬੈਠਾ ਮੈਂ ਜਨਵਰੀ ਦੇ ਮਹੀਨੇ ਵਿੱਚ ਪਸੀਨੋ ਪਸੀਨੀ। ਮੇਰਾ ਦਿਲ ਕਰੇ ਪੱਖੇ ਦਾ ਸਵਿੱਚ ਔਨ ਕਰ ਦੇਵਾਂ। ਮਸਾਂ ਮਸਾਂ ਸਰਕਾਰੀ ਨੌਕਰੀ ਲੱਗੀ ਸੀ, ਇਹ ਕੀ ਨਵਾਂ ਪੰਗਾ ਪਾ ਲਿਆ। 2-4 ਵਾਰੀ ਕੁੜੀ ਨੂੰ ਕੀ ਵੇਖ ਲਿਆ, ਵੇਖਿਆ ਕਿ ਟਾਈਮ ਵੀ ਚੱਕਿਆ। ਸਕੂਲ ਤੋਂ ਬਾਅਦ 2-2 ਕਿਲੋਮੀਟਰ ਮੈਡਮ ਦੀ ਐਕਟਿਵਾ ਦਾ ਪਿੱਛਾ ਵੀ ਕਰਦਾ ਸੀ। ਮੈਡਮ ਗੁਰਲੀਨ ਨੇ ਪ੍ਰਿੰਸੀਪਲ ਕੋਲ ਸ਼ਿਕਾਇਤ ਕਰ ਦਿੱਤੀ ਹੋਵੇਗੀ। ਹੁਣ ਕੀ ਹੋਵੇਗਾ? ਕਈ ਸਵਾਲ ਮੇਰੇ ਜ਼ਿਹਨ ਵਿੱਚ ਆ ਰਹੇ ਸਨ ਕਿ ਇੰਨੇ ਵਿੱਚ ਕੀ ਦੇਖਦਾ ਮੈਡਮ ਗੁਰਲੀਨ ਕੋਠੀ ਵਿੱਚ ਪ੍ਰਵੇਸ਼ ਕਰਦੇ ਨੇ। ਉਹਨਾਂ ਨੂੰ ਵੇਖ ਮੈਨੂੰ ਇੰਜ ਲੱਗਿਆ ਕਿ ਜਿਵੇਂ ਮੇਰੀ ਜਾਨ ਹੀ ਗਲੇ ਵਿੱਚ ਆ ਗਈ ਹੋਵੇ। ਗੁਰਲੀਨ ਮੈਡਮ ਚੁੱਪਚਾਪ ਮੇਰੇ ਲਾਗੋਂ ਲੰਘ ਰਸੋਈ ਵੱਲ ਚਲੇ ਗਏ। ਉਹ ਇਸ ਤਰ੍ਹਾਂ ਬਿਹੇਵ ਕਰ ਰਹੇ ਸੀ ਜਿਵੇਂ ਉਹਨਾਂ ਮੈਨੂੰ ਵੇਖਿਆ ਹੀ ਨਾ ਹੋਵੇ। ਮਰ ਗਏ ਬੱਚੂ, ਅੱਜ ਤਾਂ ਭੱਜ ਲੈ ਜਿੱਥੇ ਭੱਜਣਾ। ਹੁਣ ਤਾਂ ਕੁੜੀ ਪ੍ਰੋਬੇਸ਼ਨ ਪੀਰੀਅਡ ਵਿੱਚ ਸਸਪੈਂਡ ਨਹੀਂ, ਟਰਮੀਨੇਟ ਹੀ ਕਰਵਾ ਕੇ ਛੱਡੂ। ਜਿਹੜੀ ਪੈੜਾਂ ਦੱਬਦੀ ਇੱਥੇ ਆ ਗਈ। ਦੇਖਿਓ ਮਗਰੇ ਪ੍ਰਿੰਸੀਪਲ ਵੀ ਆਇਆ ਲੈ। ਮੇਰਾ ਦਿਲ ਕਰੇ ਉੱਠ ਕੇ ਬਾਹਰ ਭੱਜ ਜਾਵਾਂ ਜਾਂ ਜ਼ਮੀਨ ਫਟ ਜਾਵੇ ਤੇ ਮੈਂ ਉਸ ਵਿੱਚ ਲੁੱਕ ਕੇ ਬੈਠ ਜਾਵਾਂ। ਇਸ ਸਥਿਤੀ ਵਿੱਚ ਮੈਨੂੰ ਹੋਰ ਕੁਝ ਨਹੀਂ ਸੁਝਿਆ। ਮੈਂ ਕੁਰਸੀ ਤੋਂ ਉੱਠ ਵਾਸ਼ਰੂਮ ਜਾ ਕੇ ਅੰਦਰੋਂ ਘੁੱਟ ਕੇ ਕੁੰਡੀ ਲਾ ਲਈ। ਫਿਰ ਮੈਡਮ ਸਿਮਰਨ ਨੂੰ ਫੋਨ ਲਗਾਇਆ। ਸਿਮਰਨ ਦੀਦੀ, ਆਈ ਐਮ ਵੈਰੀ ਸੌਰੀ। ਮੈਂ ਨਹੀਂ ਜਾਣਦਾ ਸੀ ਕਿ ਮਾਮਲਾ ਇੰਨਾ ਸੀਰੀਅਸ ਹੋ ਜਾਵੇਗਾ। ਹੁਣ ਤੇ ਮੈਡਮ ਗੁਰਲੀਨ ਵੀ ਆ ਗਏ। ਲੱਗਦਾ ਗੱਲ ਵੱਧ ਗਈ, ਬਚਾ ਲਓ ਪਲੀਜ਼। ਮੈਡਮ ਗੁਰਲੀਨ ਪਹਿਲੇ ਹੀ ਅੰਦਾਜ਼ ਵਿੱਚ। ਕਰਦਿਆਂ ਗੱਲ, ਅਗਲੀ ਤਾਂ ਘਰ ਤੱਕ ਆ ਗਈ, ਕੀ ਪਤਾ ਥਾਣੇ ਵੀ ਗਈ ਹੋਵੇ। ਮੈਡਮ ਗੁਰਲੀਨ ਵੀ ਸ਼ਾਇਦ ਉਹਨਾਂ ਦੇ ਕੋਲ ਰਸੋਈ ਵਿੱਚ ਸੀ। ਮੈਡਮ ਸਿਮਰਨ ਦੇ ਇਹ ਸ਼ਬਦ ਸੁਣ ਮੇਰਾ ਤਾਂ ਸਾਹ ਫੁੱਲਣ ਲੱਗਾ। ਮੈਨੂੰ ਸਮਝ ਨਾ ਆਵੇ ਕੀ ਕਰਾਂ ਤੇ ਕੀ ਨਾ ਕਰਾਂ। ਮੈਂ ਪਾਣੀ ਵਾਲੀ ਟੂਟੀ ਛੱਡ ਬਿਨਾਂ ਵਜ੍ਹਾ ਫਲਸ਼ 'ਤੇ ਬੈਠ ਗਿਆ। ਇੰਨੇ ਵਿੱਚ ਮੈਡਮ ਸਿਮਰਨ ਚਾਹ ਬਣਾ ਕੇ ਲੈ ਆਏ। ਮੈਨੂੰ ਕਾਮਨ ਰੂਮ ਵਿੱਚ ਨਾ ਦੇਖ ਉਹਨਾਂ ਮੈਨੂੰ ਫੋਨ ਲਗਾ ਦਿੱਤਾ। ਜਦ ਰਿੰਗਟੋਨ ਵਾਸ਼ਰੂਮ ਵਿੱਚ ਸੁਣਾਈ ਦਿੱਤੀ ਤਾਂ ਉਹ ਸਮਝ ਗਏ ਕਿ ਹੁਣ ਸਸਪੈਂਸ ਬਹੁਤ ਹੋ ਗਿਆ, ਅਸਲੀ ਗੱਲ ਦੱਸ ਦੇਣੀ ਚਾਹੀਦੀ ਹੈ। 5 ਮਿੰਟ ਹੋਰ ਮੇਰੀ ਉਡੀਕ ਕਰ ਉਹਨਾਂ ਵਾਸ਼ਰੂਮ ਦਾ ਦਰਵਾਜ਼ਾ ਖੜਕਾ ਦਿੱਤਾ। ਮੈਂ ਡਰਦੇ ਡਰਦੇ ਦਰਵਾਜ਼ਾ ਖੋਲ੍ਹਿਆ। ਮੇਰਾ ਡਰਿਆ ਡਰਿਆ ਚਿਹਰਾ ਦੇਖ ਉਹ ਉੱਚੀ ਉੱਚੀ ਹੱਸਣ ਲੱਗੀ। ਮੈਡਮ ਗੁਰਲੀਨ ਵੀ ਥੋੜ੍ਹਾ ਥੋੜ੍ਹਾ ਮੁਸਕਰਾ ਰਹੇ ਸਨ। ਫਿਰ, ਦੇਖ ਵੀਰੇ, ਮੈਂ ਤੈਨੂੰ ਹੋਰ ਡਰਾਉਣਾ ਜਾਂ ਪਰੇਸ਼ਾਨ ਕਰਨਾ ਨਹੀਂ ਚਾਹੁੰਦੀ। ਤੂੰ ਤੇ ਬਹੁਤ ਨਰਵਸ ਹੋ ਗਿਆ। ਲਓ ਵੀਰ ਜੀ, ਸਸਪੈਂਸ ਖਤਮ। ਗੁਰਲੀਨ ਮੇਰੀ ਰੀਅਲ ਸਿਸਟਰ ਹੈ ਵੀਰੇ। ਇਹਨੇ ਤਾਂ ਸਭ ਸੱਚ ਸੱਚ ਦੱਸ ਦਿੱਤਾ ਸੀ ਤੇ ਕੁੜੀ ਕਹਿੰਦੀ ਬਈ ਮੁੰਡਾ ਮੈਨੂੰ ਪਸੰਦ ਏ। ਬਾਕੀ ਤੁਸੀਂ ਮੁੰਡੇ ਤੋਂ ਪੁੱਛ ਲਓ। ਬਸ ਤੁਹਾਡੀ ਰਾਏ ਜਾਣਨ ਲਈ ਤਤਕਾਲ ਸਮੇਂ ਵਿੱਚ ਅਦਾਲਤ ਲਗਾਉਣੀ ਪਈ, ਹੋਰ ਕੁਝ ਨਹੀਂ, ਬਸ ਇੰਨੀ ਹੀ ਬਾਤ ਹੈ। ਮੈਡਮ ਸਿਮਰਨ ਤੇ ਗੁਰਲੀਨ ਹਾਲੇ ਵੀ ਹੱਸੀ ਜਾ ਰਹੇ ਸਨ। ਮੈਡਮ ਸਿਮਰਨ ਦੇ ਇਹ ਸ਼ਬਦ ਸੁਣ ਮੇਰਾ ਤਾਂ ਸਾਹ ਵਿੱਚ ਸਾਹ ਆਇਆ। ਮੈਂ ਲੰਮਾ ਹੌਕਾ ਲਿਆ। ਚਿਹਰੇ ਤੋਂ ਗਵਾਚੀ ਰੌਣਕ ਤੇ ਖੁਸ਼ੀ ਪਰਤ ਆਈ। ਮੈਂ ਵੀ ਹੁਣ ਨਿੰਮਾ ਨਿੰਮਾ ਮੁਸਕਰਾਉਣ ਲੱਗਾ।
ਕੱਪਾਂ ਵਿੱਚ ਚਾਹ ਪਾਉਂਦੇ ਹੋਏ ਮੈਡਮ ਸਿਮਰਨ, ਸਾਡੀ ਕੁੜੀ ਫਿਰ ਮੁੰਡੇ ਨੂੰ ਪਸੰਦ ਏ ਜਾਂ ਬਸ ਟਾਈਮ ਪਾਸ ਲਈ ਗੇੜੇ ਵੱਜਦੇ ਸਨ। ਮੈਂ ਹੁਣ ਗੁਰਲੀਨ ਮੈਡਮ ਵੱਲ ਦੇਖ ਉੱਚੀ ਉੱਚੀ ਹੱਸਣ ਲੱਗ ਪਿਆ। ਇਸ ਤੋਂ ਪਹਿਲਾਂ ਕਿ ਉਹ ਮੇਰੀ ਖੱਟੀ ਮਿੱਠੀ ਹੋਰ ਲਾਹ ਪਾ ਕਰਦੇ, ਆਪਾਂ ਹਥਿਆਰ ਸੁੱਟ ਦਿੱਤੇ। ਦੀਦੀ ਕੁੜੀ ਤਾਂ ਪਸੰਦ ਏ, ਪਰ ਕੁੜੀ ਨੂੰ ਤਾਂ ਵੀ ਪੁੱਛ ਲਓ ਕਿ ਤੁਹਾਡੇ ਵੀਰ ਨਾਲ ਉਹ ਕੱਟ ਲਵੇਗੀ। ਮੈਂ ਸੁਭਾਵਕ ਹੀ ਕਹਿ ਦਿੱਤਾ। ਮੈਡਮ ਸਿਮਰਨ ਚੋਭਾ ਲਾਉਂਦੇ ਹੋਏ, ਕੁੜੀ ਤਾਂ ਮੁੰਡੇ ਤੇ ਮਰੀ ਜਾਂਦੀ, ਉਧਰ ਮੁੰਡਾ ਕੁੜੀ ਨੂੰ ਦਿਲ ਦੇ ਬੈਠਾ, ਹੁਣ ਕਾਜੀ ਵਿਚਾਰਾ ਕੀ ਕਰੇਗਾ। ਕਹਾਣੀ ਦੇ 7ਵੇਂ ਭਾਗ ਵਿੱਚ ਅੱਜ ਆਪਾਂ ਪਹੁੰਚ ਚੁੱਕੇ ਹਾਂ। ਇਸ 7ਵੇਂ ਭਾਗ ਦੇ ਵਿੱਚ ਕਹਾਣੀ ਹੋਰ ਨਵਾਂ ਮੋੜ ਲੈ ਕੇ ਸਾਹਮਣੇ ਆ ਖਲੋਤੀ ਹੈ ਕਿ ਮੈਡਮ ਗੁਰਲੀਨ ਅਤੇ ਗੁਰੂ ਉਪਦੇਸ਼ ਦਾ ਵਿਆਹ ਹੋਵੇਗਾ ਜਾਂ ਇਸ ਕਹਾਣੀ ਵਿੱਚ ਹੋਰ ਕਿਹੜੇ ਪੜਾਅ ਆਉਣਗੇ। ਮੈਡਮ ਅਮਨ ਦੀ ਆਤਮਾ 17 ਤਰੀਕ ਨੂੰ ਕੀ ਵਰਤਾਰਾ ਵਰਤਾਏਗੀ, ਇਹ ਆਪਾਂ ਅਗਲੇ ਭਾਗ ਵਿੱਚ ਸੁਣਾਂਗੇ। ਪਿਛਲੇ ਭਾਗਾਂ ਨੂੰ ਸੁਣਨ ਅਤੇ ਪਿਆਰ ਦੇਣ ਲਈ ਆਪ ਜੀ ਦਾ ਤਹਿ ਦਿਲੋਂ ਧੰਨਵਾਦੀ ਹਾਂ ਅਤੇ ਇਸੇ ਤਰੀਕੇ ਨਾਲ ਆਸ ਰੱਖਦੇ ਹਾਂ ਕਿ ਅਗਲੇ ਭਾਗਾਂ ਨੂੰ ਵੀ ਤੁਸੀਂ ਸੁਣੋਗੇ ਅਤੇ ਕਹਾਣੀ ਦੇ ਆਪਾਂ ਅੰਤ ਵੱਲ ਜਾਵਾਂਗੇ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ।